ਦੋਸਤੋ, ਰੱਬ ਲੋਕ ਫਿਲਮਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜੋ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਉਸ ਦਾ ਨਾਮ ਹੈ ਸੱਤੀ ਬੀਹੀ 100। ਇਸ ਕਹਾਣੀ ਉੱਪਰ ਇੱਕ ਸ਼ਾਰਟ ਮੂਵੀ ਵੀ ਬਣ ਚੁੱਕੀ ਹੈ। ਇਹ ਇੱਕ ਪ੍ਰਸਿੱਧ ਲੇਖਕ ਅਤੇ ਡਾਇਰੈਕਟਰ ਗੁਰਵਿੰਦਰ ਮਾਨ ਜੀ ਦੀ ਕਲਮ 'ਚੋਂ ਨਿੱਤਰੀ ਕਹਾਣੀ ਹੈ। ਪੰਜ ਪਾਣੀ ਪ੍ਰੋਡਕਸ਼ਨ ਨੇ ਮਾਰਕੀਟ ਵਿੱਚ ਸ਼ਾਰਟ ਮੂਵੀ ਦੇ ਤੌਰ 'ਤੇ ਇਹ ਪੇਸ਼ ਕੀਤੀ ਹੈ। ਇਹ ਕਹਾਣੀ ਉਹਨਾਂ ਸਮਿਆਂ ਦੀ ਹੈ ਜਦੋਂ ਲੋਕ ਭਾਈਚਾਰਕ ਸਾਂਝ ਨੂੰ ਪਹਿਲ ਦਿੰਦੇ ਸਨ ਅਤੇ ਤਕੜੇ ਦੇ ਹੱਕ ਵਿੱਚ ਡੱਕਾ ਸੁੱਟਣ ਦੀ ਹਕਾਮਤ ਨਹੀਂ ਕਰਦੇ ਸਨ। ਹੁਣ ਸਮੇਂ ਨੇ ਅਜਿਹੀ ਕੁਲੈਣੀ ਕਰਵਟ ਲਈ ਹੈ ਕਿ ਲੋਕ ਗੰਗਾ ਗਏ ਤਾਂ ਗੰਗਾ ਰਾਮ ਅਤੇ ਜਮਨਾ ਗਏ ਤਾਂ ਜਮਨਾ ਦਾਸ। ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਕਰਤਾਰਾ ਨਾਮ ਦਾ ਇੱਕ ਸਧਾਰਨ ਅਤੇ ਸ਼ੌਂਕੀ ਜੱਟ ਗਲਾਬੋ ਦੀ ਮੰਡੀ ਵਿੱਚੋਂ ਘੋੜੀ ਖਰੀਦਣ ਲਈ ਤਿਆਰ ਹੋ ਰਿਹਾ ਹੈ। ਉਸ ਦਾ ਇੱਕ ਭਤੀਜਾ ਮੰਡੀ ਨਾਲ ਜਾਣ ਦੀ ਜਿੱਦ ਕਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਵਾਟ ਬਹੁਤ ਦੂਰ ਦੀ ਹੈ, ਮੈਂ ਪੈਦਲ ਜਾਣਾ ਹੈ ਅਤੇ ਬੱਚੇ ਇੰਨੀ ਦੂਰ ਪੈਦਲ ਨਹੀਂ ਤੁਰ ਸਕਦੇ। ਵਾਪਸ ਆਉਣ 'ਤੇ ਉਹ ਉਸ ਨੂੰ ਘੋੜੀ 'ਤੇ ਬਿਠਾ ਕੇ ਸਾਰੇ ਪਿੰਡ ਦੇ ਝੂਟੇ ਦੇਵੇਗਾ। ਬਾਕੀ ਪਿੰਡ ਵਿੱਚ ਵੀ ਉਹਨਾਂ ਦੀ ਠੁੱਕ ਬਣੇਗੀ, ਕਿਉਂਕਿ ਪਿੰਡ ਵਿੱਚ ਕਿਹੜਾ ਕਿਸੇ ਕੋਲ ਕੋਈ ਘੋੜੀ ਹੈ। ਘੋੜੀ ਖਰੀਦਦੇ ਸਮੇਂ ਅਖੀਰ ਆਥਣ ਹੋ ਜਾਂਦਾ ਹੈ, ਤਰਕਾਲਾਂ ਦਾ ਵੇਲਾ ਹੋ ਜਾਂਦਾ ਹੈ। ਹੁਣ ਉਹ ਆਪਣੇ ਪਿੰਡ ਗੜਬੜਗੌਂਦਾ ਵਿਖੇ ਵਾਪਸ ਨਹੀਂ ਪਹੁੰਚ ਸਕਦਾ। ਇਸ ਕਰਕੇ ਉਹ ਰਸਤੇ ਵਿੱਚ ਇੱਕ ਪਿੰਡ ਧਰਮਪੁਰੇ ਪਹੁੰਚ ਜਾਂਦਾ ਹੈ। ਇੱਥੇ ਸੱਥ ਵਿੱਚ ਕੁਝ ਲੋਕ ਬੈਠੇ ਹੁੰਦੇ ਹਨ ਅਤੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਉਹ ਗਲਾਬੋ ਕੀ ਮੰਡੀ 'ਚੋਂ ਘੋੜੀ ਲੈਣ ਆਇਆ ਸੀ, ਪਰ ਹਨੇਰਾ ਹੋਣ ਕਰਕੇ ਹੁਣ ਉਹ ਵਾਪਸ ਨਹੀਂ ਜਾ ਸਕਦਾ। ਵਾਪਸੀ ਦਾ ਰਸਤਾ ਉਜਾੜ ਬੀਆਬਾਨ ਹੈ ਅਤੇ ਲੁੱਟ ਖੋਹ ਦਾ ਵੀ ਡਰ ਹੈ। ਸੋ ਉਹਨਾਂ ਨੂੰ ਉਹ ਬੇਨਤੀ ਕਰਦਾ ਹੈ ਕਿ ਜੇਕਰ ਉਹ ਆਪਣੇ ਪਿੰਡ ਵਿੱਚ ਉਸ ਨੂੰ ਰਾਤ ਕਟਵਾ ਲੈਣ ਤਾਂ ਬਹੁਤ ਚੰਗਾ ਹੋਵੇਗਾ, ਕਿਉਂਕਿ ਪੌ ਫੁੱਟਦੀ ਨੂੰ ਉਹ ਆਪਣੇ ਪਿੰਡ ਦੇ ਰਾਹ ਵਾਪਸ ਪੈ ਜਾਵੇਗਾ। ਪਹਿਲਾਂ ਤਾਂ ਪਿੰਡ ਵਾਲੇ ਨਾਂਹ ਨੁੱਕਰ ਜਿਹੀ ਕਰਦੇ ਨੇ ਅਤੇ ਫਿਰ ਕਹਿੰਦੇ ਹਨ ਕਿ ਸਾਡੇ ਪਿੰਡ ਵਿੱਚ ਇੱਕ ਸੱਚੀ ਮੁੱਚੀ ਧਰਮੀ ਬੰਦਾ ਰਹਿੰਦਾ ਹੈ ਜਿਸ ਦਾ ਨਾਮ ਹੈ ਸੁੱਚਾ ਸਿੰਘ, ਪਰ ਉਸ ਦਾ ਭਰਾ ਹਾਕਮ ਜਰਾ ਰੁੱਖੇ ਸੁਭਾਅ ਦਾ ਹੈ ਅਤੇ ਮੂੰਹ ਫਟ ਵੀ। ਜਦੋਂ ਫਿਰ ਅਖੀਰ 'ਤੇ ਸੱਥ ਦਾ ਇੱਕ ਬੰਦਾ ਉਹਨੂੰ ਘਰੇ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਜਦੋਂ ਘਰੇ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਤਾਂ ਉਹ ਲੰਬੜਦਾਰਾਂ ਦੇ ਘਰ ਪਹੁੰਚ ਜਾਂਦੇ ਨੇ। ਬਾਰ ਵਿੱਚ ਹੀ ਹਾਕਮ ਮਿਲ ਜਾਂਦਾ ਹੈ। ਉਹ ਉਹਨੂੰ ਕਹਿੰਦਾ ਹੈ ਕਿ ਤੁਹਾਡੇ ਘਰ ਇੱਕ ਪ੍ਰਾਹੁਣਾ ਛੱਡਣ ਆਏ ਹਾਂ। ਹਾਕਮ ਬੜੀ ਬੁੜਬੁੜ ਕਰਦਾ ਹੈ ਅਤੇ ਬੋਲਦਾ ਹੈ ਕਿ ਉਸਦੇ ਭਰਾ ਸੁੱਚੇ ਨੇ ਤਾਂ ਘਰ ਨੂੰ ਸਰਾਂ ਹੀ ਬਣਾ ਛੱਡਿਆ ਹੈ। ਹਰ ਕੋਈ ਦੂਰ ਦਰਾਡੇ ਦਾ ਵਿਅਕਤੀ ਬਿਨਾਂ ਜਾਣ ਪਹਿਚਾਣ ਹੁੰਦਿਆਂ ਵੀ ਉਸ ਦੇ ਘਰ ਆ ਜਾਂਦਾ ਹੈ ਅਤੇ ਉਸ ਦਾ ਭਰਾ ਸੁੱਚਾ ਉਸ ਨੂੰ ਰੱਖ ਲੈਂਦਾ ਹੈ। ਪਰ ਫਿਰ ਵੀ ਨਾਲ ਦੀ ਨਾਲ ਉਸ ਨੂੰ ਸੁੱਚੇ ਦੇ ਬੋਲ ਯਾਦ ਆ ਜਾਂਦੇ ਹਨ ਕਿ ਵਸਦਿਆਂ ਦੇ ਘਰਾਂ ਵਿੱਚ ਹੀ ਲੋਕ ਆਉਂਦੇ ਨੇ, ਸੇਵਾ ਤਾਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਚਲੋ ਫਿਰ ਰਾਤ ਹੋ ਜਾਂਦੀ ਹੈ। ਹਾਕਮ ਖੂਬ ਸੇਵਾ ਕਰਦਾ ਹੈ। ਕਰਤਾਰਾ ਵੀ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਸੋਚਦਾ ਹੈ ਕਿ ਧਰਮਪੁਰਾ ਇਕੱਲਾ ਨਾਮ ਦਾ ਹੀ ਧਰਮਪੁਰਾ ਨਹੀਂ ਹੈ, ਲੋਕ ਵੀ ਇੱਥੇ ਧਰਮੀ ਹੀ ਰਹਿੰਦੇ ਨੇ। ਸੁੱਚੇ ਨੇ ਆਪਣੇ ਭਰਾ ਹਾਕਮ ਨੂੰ ਕਿਹਾ ਕਿ ਇਸ ਪ੍ਰਾਹੁਣੇ ਦੀ ਖਾਤਰਦਾਰੀ ਵਿੱਚ ਕੋਈ ਕਮੀ ਨਾ ਰਹਿ ਜਾਵੇ, ਅਤੇ ਹਾਕਮ ਬੋਲਦਾ ਹੈ ਕਿ ਬਾਈ ਅੱਗੇ ਕਿਤੇ ਅਜਿਹਾ ਹੋਇਆ। ਸੋ ਰੋਟੀ ਪਾਣੀ ਵਧੀਆ ਉਸ ਨੂੰ ਖਵਾਇਆ ਜਾਂਦਾ ਹੈ। ਫਿਰ ਕੁਝ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹਨ। ਅਖੀਰ ਦੁੱਧ ਬਾਅਦ ਪੀ ਕੇ ਕਰਤਾਰਾ ਅਤੇ ਘਰ ਦੇ ਸਭ ਜੀਅ ਸੌਂ ਜਾਂਦੇ ਨੇ। ਕਰਤਾਰਾ ਸੁਬਾਹ ਉੱਠਦਾ ਹੈ, ਘੋੜੀ ਨੂੰ ਚਰਦੀ ਵੇਖ ਕੇ ਬੜਾ ਖੁਸ਼ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਆਪਣੇ ਘਰ ਜਾਣ ਦੀ ਬੜੀ ਕਾਹਲ ਹੁੰਦੀ ਹੈ ਅਤੇ ਉਹ ਹਾਕਮ ਦੀ ਲਿਆਂਦੀ ਹੋਈ ਚਾਹ ਪੀਣ ਲੱਗ ਜਾਂਦਾ ਹੈ। ਇੰਨੇ ਨੂੰ ਹਾਕਮ ਉੱਥੇ ਆਉਂਦਾ ਹੈ, ਕਹਿੰਦਾ ਹੈ ਕਿ ਬਈ ਚੱਲ ਆਪਾਂ ਜੰਗਲ ਪਾਣੀ ਜਾ ਆਈਏ, ਤੈਨੂੰ ਸਾਰਾ ਪਿੰਡ ਵੀ ਘੁਮਾ ਲਿਆਉਣਾ। ਇਹ ਕਹਿ ਕੇ ਉਹ ਪਿੰਡ ਵੱਲ ਨੂੰ ਤੁਰ ਪੈਂਦੇ ਨੇ। ਪਰ ਜਦੋਂ ਘੰਟਾ ਘੜੀ
ਘੁੰਮ ਕੇ ਘਰੇ ਆਉਂਦੇ ਨੇ ਤਾਂ ਖੁਰਨੀ ਨਾਲ ਬੱਧੀ ਘੋੜੀ ਉੱਥੇ ਨਹੀਂ ਸੀ। ਕਰਤਾਰਾ ਪੁੱਛਦਾ ਹੈ, ਬਾਈ ਘੋੜੀ? ਹਾਕਮ ਬੋਲਦਾ, ਕਿਹੜੀ ਘੋੜੀ? ਬਾਈ ਮੇਰੀ ਘੋੜੀ। ਕਿਹੜੀ ਮੇਰੀ ਘੋੜੀ? ਬਾਈ ਮੇਰੀ ਕਾਲੀ ਘੋੜੀ ਜਿਹੜੀ ਮੈਂ ਰਾਤ ਲੈ ਕੇ ਆਇਆ ਸੀ। ਕਰਤਾਰਾ ਬੜਾ ਹੀ ਜ਼ੋਰ ਦੇ ਨਾਲ ਉਸਦੇ ਹੋਸ਼ ਉੱਡ ਜਾਂਦੇ ਨੇ। ਕਹਿੰਦਾ ਹੈ, ਹਾਕਮ ਕਹਿੰਦਾ, ਤੂੰ ਕੀ ਲੈ ਕੇ ਆਇਆ ਸੀ? ਤੂੰ ਤਾਂ ਕੁਛ ਵੀ ਨਹੀਂ ਲੈ ਕੇ ਆਇਆ, ਉਹ ਵੀ ਸਾਡੇ ਘਰੇ। ਨਹੀਂ ਬਾਈ, ਮੈਂ ਘੋੜੀ ਲੈ ਕੇ ਆਇਆ ਸੀ, ਤੁਹਾਡੇ ਘਰੇ ਲੈ ਕੇ ਆਇਆ ਸੀ, ਇੱਥੇ ਹੀ ਬੰਨੀ ਸੀ, ਰਾਤ ਭਰ ਵੀ ਇੱਥੇ ਰਹੀ ਹੈ, ਤੜਕੇ ਵੀ ਆਪਾਂ ਉਹਦੀਆਂ ਗੱਲਾਂ ਕੀਤੀਆਂ, ਹੁਣ ਹੈ ਨਹੀਂ। ਹਾਕਮ ਉਸ ਦੀਆਂ ਇੰਨੀ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਸਾਡੇ 'ਤੇ ਤੁਹਮਤ ਲਾਉਣਾ ਹੈ। ਕਰਤਾਰਾ ਫਿਰ ਸੁੱਚੇ ਦੀ ਇੱਕਦਮ ਭਾਲ ਕਰਨ ਲੱਗਦਾ ਹੈ। ਬਾਈ ਜੀ, ਸੁੱਚੇ ਨੂੰ ਕਹਿੰਦਾ ਹੈ ਕਿ ਹਾਕਮ ਤਾਂ ਘੋੜੀ ਹੋਣ ਤੋਂ ਹੀ ਮੁੱਕਰੀ ਜਾਂਦਾ ਹੈ। ਸੁੱਚਾ ਇੱਕਦਮ ਕਹਿੰਦਾ ਹੈ ਕਿ ਹਾਕਮ ਤਾਂ ਉਸਦਾ ਭਰਾ ਹੈ, ਉਹ ਮੂੰਹ ਦਾ ਜ਼ਰੂਰ ਕੌੜਾ ਹੈ ਪਰ ਗੱਲ ਝੂਠੀ ਨਹੀਂ ਕਰਦਾ। ਕੋਈ ਹੋਣੀ ਹੀ ਨਹੀਂ ਤੇਰੇ ਕੋਲੇ ਕੋਈ ਘੋੜੀ। ਇਹ ਸੁਣ ਕੇ ਕਰਤਾਰੇ ਦਾ ਖੂਨ ਖੋਲਣ ਲੱਗ ਜਾਂਦਾ ਹੈ। ਉਹ ਗੁੱਸੇ ਵਿੱਚ ਲਾਲ ਹੋ ਜਾਂਦਾ ਹੈ। ਸੋਚਦਾ ਹੈ ਕਿ ਜਿਸ ਤੇ ਉਸਨੇ ਇਤਬਾਰ ਕੀਤਾ ਸੀ, ਉਹਨਾਂ ਨੇ ਹੀ ਉਸ ਨਾਲ ਧੋਖਾ ਦਿੱਤਾ। ਪਰ ਫਿਰ ਉਹ ਦੋਨਾਂ ਭਰਾਵਾਂ ਨੂੰ ਤਾੜ ਕੇ ਕਹਿੰਦਾ ਹੈ ਕਿ ਕੋਈ ਨਹੀਂ, ਇਸ ਪਿੰਡ ਦੇ ਸਾਰੇ ਲੋਕੀ ਤਾਂ ਨਹੀਂ ਝੂਠੇ ਹੋ ਸਕਦੇ। ਕੱਲ੍ਹ ਜਦੋਂ ਉਹ ਸੱਥ ਵਾਲੇ ਬੰਦਿਆਂ ਨੂੰ ਮਿਲਿਆ ਸੀ ਤਾਂ ਉਹਨਾਂ ਨੂੰ ਪਤਾ ਹੀ ਸੀ ਕਿ ਮੇਰੇ ਕੋਲ ਕੋਈ ਘੋੜੀ ਹੈ, ਅਤੇ ਜਾਗਰ ਨਾਂ ਦਾ ਬੰਦਾ ਸਣੇ ਘੋੜੀ ਮੈਨੂੰ ਤੁਹਾਡੇ ਘਰੇ ਛੱਡ ਕੇ ਵੀ ਗਿਆ ਸੀ। ਸੋ ਇਹ ਕਹਿ ਕੇ ਉਹ ਸੱਥ ਵੱਲ ਚਲਿਆ ਜਾਂਦਾ ਹੈ ਅਤੇ ਸਾਰੀ ਕਹਾਣੀ ਉਹਨਾਂ ਨੂੰ ਸੁਣਾਉਂਦਾ ਹੈ ਕਿ ਰਾਤ ਉਸ ਨਾਲ ਕੀ ਬੀਤੀ ਅਤੇ ਸੁਬਾਹ ਉਸ ਨਾਲ ਕੀ ਹੋਇਆ। ਪਿੰਡ ਦੇ ਲੋਕਾਂ ਨੂੰ ਸੁੱਚੇ ਦੀ ਸੁੱਚਮ ਦਾ ਪਤਾ ਸੀ, ਸੋ ਉਹਨਾਂ ਨੇ ਕਰਤਾਰੇ ਦੀ ਗੱਲ 'ਤੇ ਪਹਿਲਾਂ ਤਾਂ ਕੋਈ ਇਤਬਾਰ ਨਹੀਂ ਕੀਤਾ। ਫਿਰ ਉਸਦੇ ਵਾਰ-ਵਾਰ ਕਹਿਣ 'ਤੇ ਉਹ ਲੰਬੜਦਾਰਾਂ ਦੇ ਘਰੇ ਇਕੱਠੇ ਹੋ ਕੇ ਤੁਰ ਪਏ। ਹਾਕਮ ਘਰੇ ਜਾਂਦਿਆਂ ਨੂੰ ਕੰਮ ਕਰੀ ਜਾਂਦਾ ਸੀ। ਮੰਜੇ ਪਹਿਲਾਂ ਹੀ ਰਾਤ ਵਾਲੇ ਡੱਠੇ ਪਏ ਸਨ। ਸਾਰੇ ਪਤਵੰਤੇ ਸੱਜਣ ਉਹਨਾਂ ਮੰਜਿਆਂ 'ਤੇ ਬੈਠ ਜਾਂਦੇ ਹਨ ਅਤੇ ਘੋੜੀ ਬਾਰੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਪਰ ਹਾਕਮ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਸਾਰੀਆਂ ਦਲੀਲਾਂ ਫਿੱਕੀਆਂ ਪੈ ਜਾਂਦੀਆਂ ਹਨ। ਅਖੀਰ ਗੱਲ ਇੱਥੇ ਮੁੱਕਦੀ ਹੈ ਕਿ ਸੁੱਚਾ ਸਿੰਘ ਨੂੰ ਬੁਲਾ ਕੇ ਪੁੱਛਿਆ ਜਾਵੇ। ਉਸ ਧਰਮੀ ਬੰਦੇ ਦੀ ਗੱਲ 'ਤੇ ਸਾਰੇ ਪਿੰਡ ਨੂੰ ਵਿਸ਼ਵਾਸ ਹੈ। ਜਦੋਂ ਸੁੱਚੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਹਾਕਮ ਕਹਿੰਦਾ ਹੈ ਕਿ ਸੁੱਚਾ ਸਿੰਘ ਤਾਂ ਚੁਬਾਰੇ ਵਿੱਚ ਪਾਠ ਕਰੀ ਜਾ ਰਿਹਾ ਹੈ। ਥੋੜ੍ਹੀ ਦੇਰ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੁੱਚਾ ਸਿੰਘ ਹੇਠਾਂ ਆ ਜਾਂਦਾ ਹੈ। ਸਾਰਿਆਂ ਨੂੰ ਉਸ ਤੋਂ ਆਸ ਹੈ ਕਿ ਉਹ ਝੂਠ ਨਹੀਂ ਬੋਲੇਗਾ। ਫਿਰ ਸੁੱਚਾ ਸਿੰਘ ਨੂੰ ਪੁੱਛਿਆ ਜਾਂਦਾ ਹੈ ਕਿ ਕਰਤਾਰਾ ਸਿੰਘ ਰਾਤ ਘੋੜੀ ਸਮੇਤ ਤੁਹਾਡੇ ਘਰ ਆਇਆ ਸੀ। ਪਰ ਸੁੱਚਾ ਸਿੰਘ ਬੋਲਦਾ ਹੈ ਕਿ ਇਹ ਤਾਂ ਸਾਡੇ 'ਤੇ ਸੁਬਾਹ ਦੀ ਤੁਹਮਤ ਲਾ ਰਿਹਾ ਹੈ। ਕਿਹੜੀ ਘੋੜੀ? ਉਸਨੇ ਆਪਣੇ ਘਰੇ ਕਰਤਾਰੇ ਨੂੰ ਸਮੇਤ ਘੋੜੀ ਨਹੀਂ ਵੇਖਿਆ। ਫਿਰ ਜੱਗਰ ਕਹਿੰਦਾ ਹੈ ਕਿ ਉਹ ਸ਼ਾਮ ਨੂੰ ਲੈ ਕੇ ਆਇਆ ਸੀ ਕਰਤਾਰੇ ਨੂੰ ਛੱਡਣ। ਤਾਂ ਉਹ ਕਹਿੰਦਾ ਹੈ ਕਿ ਜੱਗਰਾ, ਮੂੰਹ ਸੰਭਾਲ ਕੇ ਬੋਲ, ਤੁਹਮਤ ਲਾਉਣ ਨੂੰ ਸਾਰੇ ਪਿੰਡ 'ਚੋਂ ਮੇਰਾ ਹੀ ਘਰ ਲੱਭਿਆ। ਇਹ ਗੱਲ ਸੁਣ ਕੇ ਸਾਰੇ ਛਿੱਥੇ ਪੈ ਜਾਂਦੇ ਹਨ। ਘੁਸਰ ਮੁਸਰ ਸ਼ੁਰੂ ਹੋ ਜਾਂਦੀ ਹੈ। ਅੰਤ ਵਿੱਚ ਇਹ ਫੈਸਲਾ ਹੁੰਦਾ ਹੈ ਕਿ ਇਹ ਤਾਂ ਬਾਹਰਲਾ ਬੰਦਾ ਹੈ ਕਰਤਾਰਾ, ਆਪਾਂ ਇਸ ਤੋਂ ਕੀ ਲੈਣਾ। ਲੰਬੜਦਾਰਾਂ ਤੱਕ ਤਾਂ 20 ਗਾਉਂ ਪਏ ਰਹਿੰਦੇ ਨੇ। ਸੋ ਸਾਰੇ ਬੰਦੇ ਸੁੱਚੇ ਦੇ ਹੱਕ ਵਿੱਚ ਬੋਲਦੇ ਹਨ ਕਿ ਸੁੱਚੇ ਦੀ ਸੁੱਚਮ ਦੀ ਗਵਾਹੀ ਤਾਂ ਪਿੰਡ ਦਾ ਬੱਚਾ ਭਰਦਾ ਹੈ। ਕਰਤਾਰ ਸਿਆਂ, ਤੈਨੂੰ ਗਲਤ ਫਹਿਮੀ ਹੋਈ ਹੈ। ਤੂੰ ਆਪਣੀ ਸੁਰਤ ਨਾਲ ਗੱਲ ਕਰ। ਤੈਨੂੰ ਰਾਤ ਕਟਾਤੀ ਇੰਨਾ ਥੋੜ੍ਹਾ ਹੈ, ਉੱਤੋਂ ਤੂੰ ਤੀਂਗੜਦਾ। ਜਾ ਭੱਜ ਜਾ, ਜਾਨ ਬਚਾ ਕੇ ਸਾਡੇ ਪਿੰਡ 'ਚੋਂ ਜੇ ਖੈਰ ਚਾਹੁੰਦਾ। ਇਹ ਸੁਣ ਕੇ ਕਰਤਾਰੇ ਦੇ ਪੈਰ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ। ਉਹ ਨਿੰਮੋ ਝਾਣਾ ਜਿਹਾ ਹੋ ਕੇ ਘਰੋਂ ਬਾਹਰ ਨਿਕਲਣ ਲੱਗਦਾ ਹੈ। ਸਾਰੇ ਲੋਕੀ ਸੁੱਚੇ ਦੇ ਸੋਹਲੇ ਗਾਉਣ ਲੱਗ ਜਾਂਦੇ ਨੇ। ਉਹਨਾਂ ਨੂੰ ਅੰਦਰੋਂ ਅੰਦਰ ਇਹ ਤਸੱਲੀ ਹੁੰਦੀ ਹੈ ਕਿ ਉਹਨਾਂ ਨੇ ਸੁੱਚੇ ਸਿੰਘ ਦੇ ਹੱਕ ਵਿੱਚ ਗੱਲ ਭੁਗਤ ਦਿੱਤੀ ਹੈ। ਪਰ ਇੱਕਦਮ ਸੁੱਚਾ ਕਰਤਾਰੇ ਨੂੰ ਹਾਕ ਮਾਰਦਾ ਹੈ, ਰੁਕ ਓਏ ਚੋਬਰਾ, ਘੋੜੀ ਤਾਂ ਤੇਰੀ ਸਾਡੇ ਕੋਲ ਹੀ ਹੈ। ਮੈਂ ਤਾਂ ਇਹ ਵੇਖਣਾ ਚਾਹੁੰਦਾ ਸੀ ਕਿ ਧਰਮਪੁਰੇ ਦੇ ਲੋਕ ਸੱਚ 'ਤੇ ਪਹਿਰਾ ਦਿੰਦੇ ਆ ਕਿ ਨਹੀਂ, ਕਿ ਤਕੜੇ ਦੇ ਸੱਤੀ ਵੀ ਹੀ 100 ਵੱਲ ਹੀ ਡੱਕਾ ਸੁੱਟਦੇ ਨੇ।
ਸੁੱਚੇ ਦੀ ਇਹ ਗੱਲ ਸੁਣ ਕੇ ਇੱਕਦਮ ਸਾਰੇ ਪਤਵੰਤੇ ਨੀਵੀਆਂ ਪਾ ਲੈਂਦੇ ਨੇ ਅਤੇ ਆਪੋ ਆਪਣੇ ਚਿਹਰੇ ਛਪਾਉਣ ਲੱਗ ਜਾਂਦੇ ਨੇ। ਸੋ ਇੱਥੇ ਕਹਾਣੀ ਦਾ ਦੋਸਤੋ ਅੰਤ ਹੁੰਦਾ ਹੈ। ਇਸ ਕਹਾਣੀ ਵਿੱਚ ਸਾਨੂੰ ਇਸ ਪਤਾ ਲੱਗਦਾ ਹੈ ਕਿ ਧਰਮੀ ਗੱਲ ਕਿੰਨੀ ਮਹੱਤਤਾ ਰੱਖਦੀ ਹੈ। ਤਕੜੇ ਦਾ ਸੱਤੀ ਵੀ ਹੀ 100 ਹੋਣਾ ਅਤੇ ਮਾੜੇ ਬੰਦੇ ਦਾ ਸੰਘਰਸ਼ ਕਰਨਾ, ਇਹ ਗੱਲਾਂ ਸ਼ੁਰੂ ਤੋਂ ਹੀ ਚੱਲਦੀਆਂ ਆਈਆਂ ਹਨ। ਮੁੱਢ ਕਦੀਮ ਤੋਂ ਚੱਲੀਆਂ ਹੋਈਆਂ ਗੱਲਾਂ ਅਖੀਰ ਤੱਕ ਇੱਦਾਂ ਹੀ ਰਹਿਣਗੀਆਂ। ਸੋ ਤੁਹਾਨੂੰ ਇਹ ਸਾਡੀ ਕਹਾਣੀ ਕਿਸ ਤਰ੍ਹਾਂ ਲੱਗੀ, ਸਾਨੂੰ ਕਮੈਂਟ ਵਿੱਚ ਲਿਖ ਕੇ ਦੱਸਿਓ, ਅਤੇ ਸਾਨੂੰ ਤਾਂ ਕਿ ਪ੍ਰੇਰਨਾ ਮਿਲੇ ਕਿ ਅੱਗੇ ਤੋਂ ਵੀ ਅਸੀਂ ਆਪਣੇ ਚੈਨਲ ਵਿੱਚ ਅਜਿਹੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਈਏ, ਜਿਹੜੀਆਂ ਨਾ ਸਿਰਫ ਤੁਹਾਡਾ ਮਨੋਰੰਜਨ ਕਰਨ, ਪਰ ਨਾਲ ਦੀ ਨਾਲ ਤੁਹਾਨੂੰ ਕੋਈ ਸੇਧ ਵੀ ਦੇਣ। ਧੰਨਵਾਦ। ਰੱਬ ਲੋਕ ਚੈਨਲ